मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGD SD कालेज हरियाणा जिला हुशियारपुर। ਅੱਜ ਤੁਹਾਡੇ ਨਾਲ ਪ੍ਰੋਫੈਸਰ ਮੋਹਨ ਸਿੰਘ ਦੇ ਟੌਪਿਕ 'ਤੇ ਗੱਲ ਕਰਾਂਗੀ। ਜਿਹੜਾ ਅਸੀਂ 2 ਦਿਨ ਤੋਂ ਪੜ੍ਹਦੇ ਪਏ ਹਾਂ ਕੁਐਸਚਨ, ਉਹਨੂੰ ਅੱਗੇ ਕੰਟੀਨਿਊ ਕਰਾਂਗੇ। ਉਹ ਹੈਗਾ ਆ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਰੂਪਕ ਪੱਖ ਉਲੀਕੋ। ਇਹਨੂੰ ਭਾਗ ਤੀਜੇ ਦਾ ਨਾਮ ਦਿੱਤਾ ਆ ਕਿਉਂਕਿ ਪਹਿਲੇ ਟੌਪਿਕ ਨੂੰ ਅਸੀਂ ਪਹਿਲੇ ਦੂਜੇ ਭਾਗ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਅੱਜ ਦਾ ਜਿਹੜਾ ਹੈਡਿੰਗ ਹੈਗਾ ਪ੍ਰਤੀਕ ਯੋਜਨਾ। ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀਆਂ ਕਵਿਤਾਵਾਂ ਅਤੇ ਗਜ਼ਲਾਂ ਵਿੱਚ ਲੋੜ ਮੁਤਾਬਿਕ ਪ੍ਰਤੀਕਾਤਮਕ ਸ਼ੈਲੀ ਦੀ ਵਰਤੋਂ ਕੀਤੀ ਹੈ। ਜਾਇਦਾਦ ਕਵਿਤਾ ਵਿੱਚ ਔਰਤ ਉਸ ਮਰਦ ਦੀ ਇੱਕ ਨਿੱਜੀ ਜਾਇਦਾਦ ਹੈ। ਉਹ ਇਸ ਬਾਰੇ ਪ੍ਰਤੀਕਾਤਮਕ ਸ਼ੈਲੀ ਬਾਰੇ ਲਿਖਦਾ ਹੈ। ਬੂਹੇ ਦੇ ਵਿੱਚ ਚੁੱਪ ਖੜੀ ਸੀ ਜਾਇਦਾਦ, ਚਿੱਟੀ ਸੰਗਮਰਮਰ ਦੀ ਥੰਮੀ ਵਾਂਗਰਾਂ। ਸੋ ਕਵੀ ਨੇ ਲੁੱਟ ਖਸੁੱਟ ਕਰਨ ਵਾਲੇ ਲੋਕਾਂ ਲਈ ਜੋਕਾਂ ਸ਼ਬਦ ਵਰਤਿਆ ਹੈ ਅਤੇ ਲੁੱਟੇ ਜਾਣ ਵਾਲੇ ਵਰਗ ਨੂੰ ਲੋਕਾਂ ਦਾ ਪ੍ਰਤੀਕ ਵਰਤਿਆ ਹੈ। ਜਿਵੇਂ ਬੂਹੇ ਕੋਟ ਚਿਆਂਗ ਸਾਹੀ ਥੜ ਥੜ ਤਰਿੰਗਣ ਲੱਗੇ, ਜੋਕਾਂ ਭਲਾ ਖੋਲ੍ਹਣਾ ਕੀ ਸੀ ਲੋਕਾਂ ਦੇ ਹੜ ਅੱਗੇ। ਸੋ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਸਿਰਜੇ ਗਏ ਵਿਅੰਗ ਉਸ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਪ੍ਰਗਟਾਉਂਦੇ ਹਨ। ਉਸ ਦੁਆਰਾ ਵਰਤੇ ਹੋਏ ਇਹਨਾਂ ਬਿੰਬਾਂ ਅਤੇ ਪ੍ਰਤੀਕਾਂ ਵਿੱਚ ਵਿਚਾਰਾਂ ਦੀ ਸੰਘਣਤਾ, ਭਾਵਾਂ ਦਾ ਗਾੜਾਪਨ ਅਤੇ ਬਿਆਨ ਦੀ ਤਾਜ਼ਗੀ ਆਦਿ ਹਮੇਸ਼ਾ ਵਿਦਮਾਨ ਰਹਿੰਦਾ ਹੈ। ਸੋ ਅਗਲਾ ਹੈਡਿੰਗ ਹੈ ਭਾਸ਼ਾ ਅਤੇ ਕਾਵਿ ਸ਼ੈਲੀ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਨਿਰੰਤਰ ਗਤੀ ਨਾਲ ਵਿਕਾਸ ਹੁੰਦਾ ਰਿਹਾ ਹੈ। ਉਸਨੇ ਮੁਹਾਵਰੇਦਾਰ ਅਤੇ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ। ਉਰਦੂ ਫਾਰਸੀ ਦੇ ਅਨੇਕਾਂ ਸ਼ਬਦ ਤਤਸਮ ਤੇ ਤਤਪਬ ਰੂਪ ਵਿੱਚ ਵੇਖੇ ਜਾ ਸਕਦੇ ਹਨ। ਉਸ ਦੀ ਪਹਿਲੇ ਪੜਾਅ ਦੀ ਕਵਿਤਾ ਸਟੇਜੀ ਜਾਂ ਦਿਲਬਾਰੀ ਕਵਿਤਾ ਦੇ ਨੇੜੇ ਦੀ ਲੱਗਦੀ ਹੈ। ਇਸ ਵਿੱਚ ਉਸਨੇ ਵਾਰਤਾਲਾਪੀ ਸ਼ੈਲੀ ਅਪਣਾਈ ਹੈ। ਪ੍ਰੋਫੈਸਰ ਮੋਹਨ ਸਿੰਘ, ਨੀ ਤੂੰ ਪਾਕ ਅਨਾਰ ਦੀ ਕਲੀ ਹੈ ਸੈ, ਤੇਰੇ ਪਿਆਰ ਦਾ ਹੱਕ ਸੀ ਭੋਰਿਆਂ ਨੂੰ। ਅਨਾਰਕਲੀ ਵੱਲੋਂ ਹੈ। ਵਿੱਚੋਂ ਕਬਰ ਦੇ ਮੈਨੂੰ ਆਵਾਜ਼ ਆਈ, ਮਨ ਸ਼ਾਇਰਾਂ ਰੱਬੇ ਰਹੀਮ ਤਾਈ। ਸੋ ਕੁਸੱਬੜੇ ਅਤੇ ਅੱਧ ਵਾਟੇ ਕਾਵਿ ਸੰਗ੍ਰਹਿਾਂ ਤੱਕ ਪਹੁੰਚਦਿਆਂ ਕਵਿਤਾ ਦੂਜੇ ਪੜਾਅ ਵਿੱਚ ਪਹੁੰਚਦੀ ਹੈ। ਇਸ ਪੜਾਅ ਵਿੱਚ ਵਧੇਰੇ ਉਸਨੇ ਗੀਤਾਂ ਦੀ ਵਰਤੋਂ ਕੀਤੀ ਹੈ। ਇਹਨਾਂ ਗੀਤਾਂ ਦੀ ਭਾਸ਼ਾ ਪੋਠੋਹਾਰੀ ਉਪਭਾਸ਼ਾ ਹੈ। ਕਾਵਿ ਸ਼ੈਲੀ ਵਜੋਂ ਉਹ ਬੱਝਵੇਂ ਤੁਕਾਂਤ ਛੱਡ ਕੇ ਨਵੇਂ ਮਾਪ ਤੋਲਾਂ ਵਿੱਚ ਕਵਿਤਾ ਰਚਦਾ ਹੈ। ਉਸ ਦੀ ਸ਼ੈਲੀ ਵਿੱਚ ਸੰਜਮਪਨ ਅਤੇ ਭਾਸ਼ਾ ਅਤੇ ਉਸ ਦੀ ਪਕੜ ਵਧੇਰੇ ਮਜ਼ਬੂਤ ਹੁੰਦੀ ਜਾਂਦੀ ਹੈ। ਕਈ ਕਵਿਤਾਵਾਂ ਵਿੱਚ ਉਸਨੇ ਦਵੱਈਆ ਛੰਦ ਦੀ ਵਰਤੋਂ ਵੀ ਕੀਤੀ ਹੈ। ਆਪਣੇ ਜੀਵਨ ਦੇ ਤੀਜੇ ਪੜਾਅ ਤੱਕ ਪਹੁੰਚਦਿਆਂ ਮੋਹਨ ਸਿੰਘ ਨੇ ਕੱਚ ਸੱਚ, ਆਵਾਜ਼ਾਂ ਅਤੇ ਵੱਡਾ ਵੇਲਾ ਆਦਿ ਸੰਗ੍ਰਹਿਾਂ 'ਤੇ ਵਿਆਖਿਆ ਕੀਤੀ। ਇਸ ਪੜਾਅ 'ਤੇ ਆ ਕੇ ਉਹ ਵਧੇਰੇ ਲੋਕਮੁਖੀ ਬਣ ਜਾਂਦਾ ਹੈ। ਗਜ਼ਲ ਕਾਵਿ ਰੂਪ ਉਸਨੇ ਆਪਣੇ ਇਸੇ ਜੀਵਨ ਕਾਲ ਵਿੱਚ ਵਰਤਿਆ ਹੈ। ਇੱਥੇ ਤੱਕ ਪਹੁੰਚਦਿਆਂ ਉਹ ਵਧੇਰੇ ਪ੍ਰਤੀਕਾਤਮਕ ਸ਼ੈਲੀ ਵਰਤਣ ਲੱਗ ਪਿਆ ਸੀ। ਜਿਵੇਂ ਹੈ ਖੂਹਾਂ ਵਿੱਚ ਪਾਣੀ ਢੇਰ ਅਜੇ, ਟਿੰਡਾ ਲਾਣੇ ਕਈ ਗੇੜ ਅਜੇ। ਸੋ ਜੀਵਨ ਦੇ ਅੰਤਲੇ ਪੜਾਅ ਵਿੱਚ ਪਹੁੰਚਦਿਆਂ ਉਸਨੇ ਜਿੰਦੜੇ ਕਾਵਿ ਸੰਗ੍ਰਹਿ ਦੀ ਰਚਨਾ ਕੀਤੀ। ਇਸ ਸਮੇਂ ਉਸ ਦਾ ਅਨੁਭਵ ਹੋਰ ਵਧੇਰੇ ਪਕੇਰਾ ਹੋ ਗਿਆ ਸੀ। ਉਸ ਦੀ ਭਾਸ਼ਾ ਵਿੱਚ ਧਾਰਮਿਕ ਅਤੇ ਪੌਰਾਣਿਕ ਸ਼ਬਦਾਵਲੀ ਦੀ ਵਰਤੋਂ ਹੋਣ ਲੱਗ ਪਈ ਸੀ। ਇਸ ਪੜਾਅ ਵਿੱਚ ਉਸਨੇ ਗਜ਼ਲ ਕਾਵਿ ਰੂਪ ਨੂੰ ਅਪਣਾਇਆ।
ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿ ਯਾਤਰਾ ਦੇ ਆਰੰਭ ਤੋਂ ਅੰਤ ਤੱਕ ਨਿਰੰਤਰ ਵਿਕਾਸ ਦਾ ਪ੍ਰਮਾਣ ਦਿੱਤਾ ਹੈ। ਪ੍ਰਾਕਿਰਤਿਕ ਪਿਛੋਕੜ ਰਾਹੀਂ ਉਹ ਪਰੰਪਰਾ, ਪੌਰਾਣਿਕ ਤੇ ਲੋਕ ਚਿੰਨ੍ਹਾਂ ਦੇ ਪ੍ਰਤੀਕਾਂ ਦੀ ਵਰਤੋਂ ਕਰਕੇ ਠੇਠ ਪੰਜਾਬੀ ਭਾਸ਼ਾ ਵਿੱਚ ਰੋਮਾਂਟਿਕ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਕਾਵਿ ਰਚਨਾ ਕਰਕੇ ਪੰਜਾਬੀ ਸਾਹਿਤ ਦੀ ਝੋਲੀ ਭਰਦਾ ਹੈ। ਧੰਨਵਾਦ।